ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਜਾਲੀ ਪੁਲਿਸ ਮੁਕਾਬਲੇ ਫੇਕ ਐਨਕਾਊਂਟਰ ਪੰਜਾਬ ਦੇ ਨਾਲ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਬਹਿਸ ਰਹੇ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ 3-4 ਅਜਿਹੇ ਜਾਲੀ ਪੁਲਿਸ ਮੁਕਾਬਲਿਆਂ ਦੀ ਗਾਥਾ ਵਿਥਿਆ ਸੁਣਾਵਾਂਗੇ, ਜਿਨ੍ਹਾਂ ਦੇ ਵਿੱਚ 30-30 ਸਾਲ, 27-27 ਸਾਲ, 28-28 ਸਾਲ ਦੇ ਵਿੱਚ 28-28 ਸਾਲ ਬਾਅਦ ਸਜ਼ਾਵਾਂ ਮਿਲੀਆਂ। ਇਹਨਾਂ ਦੇ ਵਿੱਚ ਕਈ ਪੁਲਿਸ ਮੁਕਾਬਲੇ ਤਾਂ ਐਸੇ ਸੀਗੇ ਜਿਸ ਦੇ ਵਿੱਚ 16 ਸਾਲਾਂ ਦੇ ਬੱਚੇ ਨੂੰ ਘਰੋਂ ਚੁੱਕ ਕੇ ਉਹਨੂੰ ਖਪਾ ਦਿੱਤਾ ਗਿਆ, ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਬਾਬਾ ਚਰਨ ਸਿੰਘ ਜੀ ਨੂੰ ਸਾਰੇ ਤੁਸੀਂ ਜਾਣਦੇ ਹੀ ਹੋ। ਉਹਨਾਂ ਨੂੰ ਅਜੀਤ ਸੰਧੂ ਨੇ 2 ਜੀਪਾਂ ਦੇ ਨਾਲ ਬੰਨ੍ਹ ਕੇ ਵਿਚਾਲਿਓਂ ਪਾੜਤਾ ਸੀ। ਤੇ ਇੱਕ ਮਾਮਲਾ ਹੋਰ ਹੈ ਜਿਹਦੇ ਵਿੱਚ ਹੁਣ ਲੰਘੇ ਦਿਨੀ ਮੋਹਾਲੀ ਦੀ CBI ਅਦਾਲਤ ਨੇ ਫੈਸਲਾ ਸੁਣਾਇਆ। ਇਹ ਵੀ 2.5 ਦਹਾਕਿਆਂ ਤੋਂ ਬਾਅਦ ਦੇ ਵਿੱਚ ਆਇਆ। ਇਹਨਾਂ 3-4 ਮਾਮਲਿਆਂ ਤੋਂ ਜਦੋਂ ਆਪਾਂ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਉੱਠਦਾ ਹੈ ਕਿ ਆਜ਼ਾਦੀ ਮਿਲਣ ਤੋਂ ਬਾਅਦ ਵੀ ਜਿਹੜੀਆਂ ਨਿਆਂ ਪ੍ਰਕਿਰਿਆ ਦੇ ਵਿੱਚ ਅੜਚਣਾਂ ਆਉਂਦੀਆਂ ਨੇ, ਉਹ ਹਾਲੇ ਤੱਕ ਦੂਰ ਕਿਉਂ ਨਹੀਂ ਕੀਤੀਆਂ ਗਈਆਂ? ਕਦੋਂ ਤੱਕ ਲੋਕ ਜਿਹੜੇ ਆ ਬਿਲਕਿਸ ਬਾਨੋ ਵਰਗੇ ਜਾਲੀ ਪੁਲਿਸ ਮੁਕਾਬਲਿਆਂ ਦੇ ਸਤਾਈ ਲੋਕ ਜਾਂ ਹੋਰ ਜਿਹੜੇ ਲੋਕ ਹੈ, ਇਹਨਾਂ ਜੋ ਇਹ ਕਾਲਾ ਦੌਰ ਸੀ। ਦੇਖੋ, ਇੱਕ ਗੱਲ ਸਾਨੂੰ ਖੁੱਲ੍ਹੇ ਦਿਲ ਦੇ ਨਾਲ ਐਕਸੈਪਟ ਕਰਨੀ ਪੈਣੀ ਹੈ, ਉਹ ਇਹ ਹੈ ਕਿ ਇਸ ਮਾੜੇ ਦੌਰ ਦੇ ਦੌਰਾਨ, ਕਾਲੇ ਦੌਰ ਦੇ ਦੌਰਾਨ, ਜਿੱਥੇ ਸਿੱਖ ਨੌਜਵਾਨਾਂ ਦੇ ਜਾਲੀ ਪੁਲਿਸ ਮੁਕਾਬਲੇ ਜਿਹੜੇ ਬਣਾਏ ਗਏ, ਉੱਥੇ ਹੀ ਕਈ ਹਿੰਦੂਆਂ ਨੂੰ ਵੀ ਭੁਗਤ ਭੋਗੀ ਬਣਨਾ ਪਿਆ। ਬੇਸ਼ੱਕ ਇਹਨਾਂ ਚੀਜ਼ਾਂ ਨੂੰ ਅਸੀਂ ਏਜੰਸੀਆਂ ਦੀ ਸ਼ਰਾਰਤ ਦੇ ਨਾਲ ਜੋੜ ਦਿੰਦੇ ਹਾਂ, ਪਰ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਪੀੜਤ ਪੱਖ ਹੁੰਦਾ ਉਹ ਲੁਕ ਜਾਂਦਾ ਹੈ। ਜੇਕਰ ਏਜੰਸੀਆਂ ਨੇ, ਚਲੋ ਆਪਾਂ ਇੱਕ ਤੌਰ 'ਤੇ ਮੰਨ ਲੈਂਦੇ ਹਾਂ ਕਿ ਏਜੰਸੀਆਂ ਨੇ ਸਭ ਕੁਝ ਕਰਵਾਇਆ, ਪਰ ਬੰਦਾ ਤਾਂ ਮਰਿਆ ਨਾ ਕਿਸੇ ਪਰਿਵਾਰ ਦਾ। ਸੋ ਭਾਵੇਂ ਕਿਸੇ ਨੇ ਵੈਸੇ ਬੰਦਾ ਮਾਰਤਾ, ਭਾਵੇਂ ਪੁਲਿਸ ਨੇ ਮੁਕਾਬਲਾ ਕਰਤਾ, ਭਾਵੇਂ ਕਿਸੇ ਹੋਰ ਕਾਰਨ ਕਰਕੇ ਬੰਦਾ ਸਿਸਟਮ ਹੱਥੋਂ ਮਾਰਿਆ ਗਿਆ, ਤਾਂ ਉਹ ਇੱਕ ਕਤਲ ਹੀ ਹੈ। ਅਤੇ ਕਤਲ ਹਿੰਦੂ ਦਾ ਵੀ ਹੋ ਜਾ, ਸਿੱਖ ਦਾ ਵੀ ਹੋ ਜਾ, ਬੇਗੁਨਾਹ ਮੁਸਲਮਾਨ ਦਾ ਵੀ ਹੋ ਜਾ, ਕਤਲ ਇੱਕ ਇਨਸਾਨ ਦਾ ਹੈ। ਅਸੀਂ ਉਹਨਾਂ ਨੂੰ ਫਿਰਕਿਆਂ ਦੇ ਵਿੱਚ ਨਾ ਵੰਡੀਏ, ਕਿਉਂਕਿ ਸਿਆਸਤ ਇਹੀ ਚਾਹੁੰਦੀ ਹੈ ਕਿ ਅਸੀਂ ਫਿਰਕਿਆਂ ਦੇ ਵਿੱਚ ਵੰਡੇ ਰਹੀਏ। ਖੈਰ, ਉਸ ਤੋਂ ਬਾਅਦ ਇੱਕ ਸਵਾਲ ਅਹਿਮ ਇਹ ਵੱਡਾ ਹੁੰਦਾ ਹੈ ਕਿ ਦੇਰੀ ਦੇ ਨਾਲ ਨਿਆਂ ਕਰਨਾ। ਮਤਲਬ ਤੁਸੀਂ ਫੇਕ ਇਨਕਾਊਂਟਰ ਦਾ ਨਿਆਂ ਕੀਤਾ, ਤੁਸੀਂ 30 ਸਾਲਾਂ ਬਾਅਦ, 28 ਸਾਲਾਂ ਬਾਅਦ, ਕੀ ਉਹ ਨਿਆਂ ਦੇਣ ਦੇ ਬਰਾਬਰ ਹੈ? ਕੀ ਉਹ ਪੂਰਨ ਨਿਆਂ ਹੈ? ਜੇਕਰ ਪੁਲਿਸ ਵਾਲੇ ਦੋਸ਼ੀ ਕਰਾਰ ਦਿੱਤੇ ਜਾ ਰਹੇ ਨੇ ਮੁਕਾਬਲਿਆਂ ਦੇ ਵਿੱਚ, ਤਾਂ ਉਸ ਟਾਈਮ ਦੇ ਸੱਤਾਧਾਰੀ ਲੀਡਰ ਕਿਉਂ ਨਹੀਂ, ਜਿਹੜੇ ਪੁਲਿਸ ਦੇ ਟਾਊਟ ਵੀ ਸੀ ਉਹਨਾਂ ਟਾਈਮਾਂ ਦੇ ਵਿੱਚ, ਪੁਲਿਸ ਦੀ ਦੁਰਵਰਤੋਂ ਵੀ ਕਰਦੇ ਸੀ? ਕਦੋਂ ਹੋਵੇਗਾ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ? ਕੀ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਨਹੀਂ ਹੋਣੀ ਚਾਹੀਦੀ? ਬਿਲਕੁਲ ਹੋਣੀ ਚਾਹੀਦੀ ਹੈ। ਸ਼ੁਰੂਆਤ ਕਰਦੇ ਹਾਂ ਮੋਹਾਲੀ ਦੀ ਇੱਕ ਅਦਾਲਤ ਦੇ ਉਸ ਫੈਸਲੇ ਤੋਂ, ਜਿਸ ਫੈਸਲੇ ਨੇ ਪੰਜਾਬ ਦੇ ਅੰਦਰ ਉਹ ਕਾਲੇ ਦੌਰ ਦਾ ਦੌਰਾਨ, ਖਾੜਕੂਵਾਦ ਦਾ ਦੌਰ ਜਿਹੜਾ, ਉਹਦੇ ਹਾਲਾਤ ਮੁੜ ਤਾਜ਼ਾ ਕਰਵਾ ਦਿੱਤੇ। CBI ਦੀ ਇੱਕ ਵਿਸ਼ੇਸ਼ ਅਦਾਲਤ ਨੇ 3 ਦਹਾਕੇ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੇ ਵਿੱਚ ਪੰਜਾਬ ਪੁਲਿਸ ਦੇ DSP ਸੇਵਾ ਮੁਕਤ ਕ੍ਰਿਸ਼ਨ ਸਿੰਘ, ਸਬ ਇੰਸਪੈਕਟਰ ਤਰਸੇਮ ਲਾਲ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਤੇ 2-2 ਲੱਖ ਰੁਪਏ ਦਾ ਜੁਰਮਾਨਾ ਕੀਤਾ। ਮਸਲਾ ਕੀ ਸੀ? 1-1 ਲੱਖ ਰੁਪਈਆ ਹੁਣ ਇਸ ਜੁਰਮਾਨੇ ਦੇ ਵਿੱਚੋਂ ਪੀੜਤ ਪਰਿਵਾਰਾਂ ਨੂੰ ਵੀ ਦੇਣਾ। ਹੁਣ ਕਹਾਣੀ ਸੁਣੋ, ਇਹਦੇ ਪਿੱਛੇ ਕੀ ਹੈ। ਮਾਮਲਾ 90 ਦੇ ਦਹਾਕੇ ਦਾ, ਜਦੋਂ ਮੱਧ ਪ੍ਰਦੇਸ਼ ਪੁਲਿਸ ਨੇ 7 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਦੇ ਵਿੱਚੋਂ 5 ਨੌਜਵਾਨਾਂ ਨੂੰ ਅੰਮ੍ਰਿਤਸਰ ਪੁਲਿਸ ਪੰਜਾਬ ਲੈ ਆਈ ਸੀ। ਪੁਲਿਸ ਦੇ ਮੁਤਾਬਕ 13 ਦਸੰਬਰ 1992 ਵਾਲੇ ਦਿਨ ਨੌਜਵਾਨਾਂ ਨੂੰ ਹਥਿਆਰ ਬਰਾਮਦ ਕਰਨ ਦੇ ਲਈ ਲਿਜਾਇਆ ਜਾ ਰਿਹਾ ਸੀ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਧਰਦੀਓ ਪਿੰਡ ਦੇ ਨੇੜੇ ਖਾੜਕੂਆਂ ਨੂੰ ਫਾਇਰਿੰਗ ਕਰ ਦਿੱਤੀ, ਜਿਸ ਦੇ ਵਿੱਚ ਸਾਹਿਬ ਸਿੰਘ, ਬਲਵਿੰਦਰ ਸਿੰਘ ਤੇ ਦਲਬੀਰ ਸਿੰਘ ਹੋਰ ਅਣਪਛਾਤੇ ਵਿਅਕਤੀ ਦੀ ਖਾੜਕੂ ਦੀ ਪੁਲਿਸ ਵੱਲੋਂ ਕਿਹਾ ਗਿਆ ਮੌਤ ਹੋ ਗਈ। ਪੀੜਤ ਪਰਿਵਾਰ ਪੁਲਿਸ ਦੀ ਇਸ ਕਹਾਣੀ ਨਾਲ ਸਹਿਮਤ ਨਹੀਂ ਹੁੰਦਾ। ਉਹ ਹਰ ਥਾਂ ਚਾਰਾਜੋਈ ਕਰਦੇ ਨੇ। ਅਖੀਰ ਪਿੰਡ ਚੁੱਗ ਦੇ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਦੀ ਸ਼ਿਕਾਇਤ ਤੇ ਸੁਪਰੀਮ ਕੋਰਟ ਨੇ 1995 ਦੇ ਵਿੱਚ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਤੇ CBI ਨੇ ਮੁਕਾਬਲੇ ਦੇ ਝੂਠੇ ਹੋਣ ਦੇ ਸਬੂਤ ਇਕੱਠੇ ਕਰਤੇ। ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦਾ ਰਾਹ ਤਿਆਰ ਕੀਤਾ। ਉਸ ਸਮੇਂ ਦੇ ਦੌਰਾਨ ਕੁਝ ਅਜਿਹੀਆਂ ਹੀ ਘਟਨਾਵਾਂ ਵਾਪਰੀਆਂ, ਬਹੁਤ ਵਾਪਰੀਆਂ, ਪਰ ਇਨਸਾਫ ਕੁਝ ਕੁ ਮਾਮਲਿਆਂ ਦੇ ਵਿੱਚ ਹੀ ਮਿਲਿਆ। 9 ਜਨਵਰੀ 2020 ਨੂੰ BBC ਦੇ ਵਿੱਚ ਇੱਕ ਰਿਪੋਰਟ ਛਪਦੀ ਹੈ, ਜਿਹਦੇ ਵਿੱਚ 1993 ਦੇ ਵਿੱਚ ਬਾਬਾ ਚਰਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰਕੇ ਮਾਰਨ ਦੇ ਮਾਮਲੇ ਦੇ ਵਿੱਚ ਮੋਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ 6 ਸਾਬਕਾ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਇੱਕੋ ਪਰਿਵਾਰ ਦੇ 6 ਜੀ ਸੀਗੇ। ਇਹਨਾਂ ਨੂੰ ਜ਼ਬਰੀ ਚੁੱਕ ਕੇ ਖਪਾਉਣ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ। ਬਾਬਾ ਚਰਨ ਸਿੰਘ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਨੂੰ ਤਤਕਾਲੀ SSP ਤਰਨਤਾਰਨ ਅਜੀਤ ਸਿੰਘ ਸੰਧੂ ਦੇ ਹੁਕਮਾਂ ਤੇ 2 ਜੀਪਾਂ ਦੇ ਨਾਲ ਲੱਤਾਂ ਬੰਨ੍ਹ ਕੇ ਵਿਚਾਲੋਂ ਪਾੜ ਕੇ ਮਾਰਿਆ ਗਿਆ ਸੀ। 27 ਸਾਲ ਇਹ ਜਿਹੜਾ ਮੁਕੱਦਮਾ ਚੱਲਿਆ। 15 ਜਾਣੇ ਮੁਲਜ਼ਮ ਸਨ, ਜਿਨ੍ਹਾਂ ਦੇ ਵਿੱਚੋਂ 6 ਦੀ ਮੌਤ ਹੋ ਚੁੱਕੀ ਹੈ। ਕੇਸ ਦੀ ਅਦਾਲਤੀ ਪੈਰਵਾਈ ਦੇ ਦੌਰਾਨ 25 ਗਵਾਹਾਂ ਦੀ ਵੀ ਮੌਤ ਹੋ ਚੁੱਕੀ ਹੈ। ਇੰਨਾ ਲੰਬਾ
ਇੰਨਾ ਔਖਾ ਹੈ ਇੰਸਾਫ ਲੈਣਾ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਇੰਸਪੈਕਟਰ ਸੂਬੇ ਸਿੰਘ, ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਦਕਿ ਸਬ ਇੰਸਪੈਕਟਰ ਸੁਖਦੇਵ ਰਾਜ ਸਿੰਘ ਨੂੰ ਇਸੇ ਮਾਮਲੇ ਦੇ ਵਿੱਚ 5 ਸਾਲ ਦੀ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ। ਸੂਬੇ ਸਿੰਘ ਦੇ ਬਾਰੇ ਬਹੁਤ ਗੱਲਾਂ ਪੜ੍ਹਨ ਨੂੰ ਮਿਲਦੀਆਂ ਨੇ। ਇਹ ਉਹ ਬੰਦਾ, ਉਹ ਇੰਸਪੈਕਟਰ ਹੈ ਜਿਹੜਾ ਕਹਿੰਦਾ ਸੀ ਇੱਕ ਸੂਬਾ ਸਰਹੰਦ ਦਾ ਸੀ ਤੇ ਇੱਕ ਮੈਂ ਹਾਂ। ਉਹਨੇ ਵੀ ਸਿੱਖਾਂ ਦਾ ਕਤਲੇਆਮ ਕੀਤਾ ਤੇ ਮੈਂ ਵੀ ਉਹਦੇ ਬਰਾਬਰ ਕਤਲੇਆਮ ਜਿਹੜਾ ਉਹ ਕਰਨਾ ਹੈ। ਪੀਲੀਭੀਤ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਸੀ 11 ਸਿੱਖਾਂ ਦਾ। 25 ਸਾਲਾਂ ਬਾਅਦ ਇਸ ਮੁਕਾਬਲੇ ਦਾ ਇਨਸਾਫ ਹੋਇਆ ਸੀ। 47 ਸਿਪਾਹੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਪਰ ਉਸ ਵੇਲੇ ਬੀਜੇਪੀ ਦਾ ਮੁੱਖ ਮੰਤਰੀ ਸੀ ਕਲਿਆਣ ਸਿੰਘ ਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਕਾਰਵਾਈ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ। ਉਸ ਤੋਂ ਬਾਅਦ ਮੋਹਾਲੀ ਦੀ ਹੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 26 ਸਾਲ ਦੇ ਪੁਰਾਣੇ ਇੱਕ ਮਾਮਲੇ ਦੇ ਵਿੱਚ ਇੱਕ ਨਾਬਾਲਿਗ ਸਿੱਖ ਬੱਚੇ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਨ ਦੇ ਦੋਸ਼ ਤਹਿਤ ਪੰਜਾਬ ਪੁਲਿਸ ਦੇ 2 ਸੇਵਾ ਮੁਕਤ ਅਧਿਕਾਰੀਆਂ ਨੂੰ ਉਮਰ ਕੈਦ ਅਤੇ 60,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਬੱਚੇ ਦੀ ਮਾਤਾ ਨੂੰ ਇਨਸਾਫ ਲੈਣ ਦੇ ਲਈ 26 ਸਾਲਾਂ ਦੀ ਲੰਬੀ ਲੜਾਈ ਲੜਨੀ ਪਈ। ਸੀਬੀਆਈ ਅਦਾਲਤ ਨੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਗਿਆਨ ਸਿੰਘ ਅਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਮੱਲੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਇਸ ਕੇਸ ਦੇ ਵਿੱਚੋਂ ਕੁਝ ਪੁਲਿਸ ਮੁਲਾਜ਼ਮਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਗਿਆ। ਇਹ ਬੱਚੇ ਨੂੰ 11 ਨਵੰਬਰ 1992 ਨੂੰ ਅੰਮ੍ਰਿਤਸਰ ਦੇ ਪਿੰਡ ਪੱਟੀ ਬਲੋਲ ਦੇ 16 ਸਾਲ ਦੇ ਹਰਜੀਤ ਸਿੰਘ ਉਰਫ ਗੋਰਾ ਨੂੰ ਘਰੋਂ ਅਗਵਾ ਕੀਤਾ ਗਿਆ ਸੀ। ਬਾਅਦ ਦੇ ਵਿੱਚ ਕਥਿਤ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ। 16 ਜਨਵਰੀ 1995 ਨੂੰ ਅਕਾਲੀ ਦਲ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਪੜਤਾਲੀਆ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਸੀਗਾ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਹਜ਼ਾਰਾਂ ਲਾਸ਼ਾਂ ਦਾ ਇਕੱਠਿਆ ਸੰਸਕਾਰ ਕੀਤਾ, ਜਿਸ ਦੇ ਵਿੱਚ ਹਰਜੀਤ ਸਿੰਘ ਗੋਰਾ ਦੀ ਲਾਸ਼ ਵੀ ਸ਼ਾਮਲ ਸੀ। ਇਸ ਤੋਂ ਬਾਅਦ ਇਹ ਮਾਮਲਾ ਚਰਚਾ ਦੇ ਵਿੱਚ ਆਉਂਦਾ। ਉਸ ਤੋਂ ਬਾਅਦ 6 ਸਤੰਬਰ 1995 ਨੂੰ ਅੰਮ੍ਰਿਤਸਰ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਘਰੋਂ ਚੱਕ ਕੇ ਖਪਾਤਾ। ਇਸ ਤੋਂ ਬਾਅਦ 30 ਮਈ 2000 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੀਬੀਆਈ ਉਕਤ ਝੂਠੇ ਮੁਕਾਬਲਿਆਂ ਸੰਬੰਧੀ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਕਰਦੀ ਹੈ। 22 ਅਕਤੂਬਰ 2001 ਨੂੰ ਦੋਸ਼ੀਆਂ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ। 2 ਸਾਲਾਂ ਬਾਅਦ 2003 ਦੇ ਵਿੱਚ 4 ਗਵਾਹ ਸਾਹਮਣੇ ਆਏ। 22 ਅਕਤੂਬਰ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਨਿਪਟਾਰੇ ਤੋਂ ਬਾਅਦ ਇਹ ਗੱਲ ਪੂਰੀ ਤਰ੍ਹਾਂ ਸਿੱਧ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਇਸ ਤਰ੍ਹਾਂ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ। ਇਸ ਦਾ ਇਨਸਾਫ ਦਾ ਤਕਾਜ਼ਾ ਇਹ ਹੈ ਕਿ ਪੰਜਾਬ ਦੇ ਵਿੱਚ 1980 ਤੋਂ ਬਾਅਦ ਜਿੰਨੇ ਪੁਲਿਸ ਮੁਕਾਬਲੇ ਹੋਏ ਆ ਉਹਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ। ਇਹ ਵੀ ਕਿਹਾ ਜਾਂਦਾ ਕਿ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਹਾਲੇ ਵੀ ਕਈ ਖੁੱਲ੍ਹੇ ਤੁਰੇ ਫਿਰਦੇ ਨੇ। ਭਾਈ ਜਸਵੰਤ ਸਿੰਘ ਖਾਲੜਾ ਵਰਲਡ ਦੇ ਵਿੱਚ ਉਹਨਾਂ ਦੇ ਨਾਂ ਨੂੰ ਜਾਣਿਆ ਜਾਂਦਾ ਹੈ ਮਨੁੱਖੀ ਅਧਿਕਾਰਾਂ ਕਰਕੇ। ਅਖੀਰ ਉਹ ਜਿਹੜੇ ਜ਼ਬਰ ਦਾ ਪਰਦਾ ਫਾਸ਼ ਕਰ ਰਹੇ ਸਨ, ਜਿਹੜੇ ਜ਼ਬਰ ਨੂੰ ਐਕਸਪੋਜ਼ ਕਰ ਰਹੇ ਸਨ, ਉਸੇ ਜ਼ਬਰ ਕਰਕੇ ਉਸੇ ਜ਼ਬਰ ਦੇ ਵਿੱਚ ਉਹ ਹਨੇਰੀ ਨੇ ਉਹਨਾਂ ਨੂੰ ਵੀ ਖਾ ਲਿਆ। ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਫੇਕ ਇਨਕਾਊਂਟਰਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਇਸ ਦੇਸ਼ ਦੇ ਵਿੱਚ ਇਸ਼ਰਤ ਜਹਾਂ, ਇਸ ਤੋਂ ਇਲਾਵਾ ਗੈਂਗਸਟਰ ਇੱਕ ਪਿਛਲੇ ਦਿਨੀ ਯੂਪੀ ਸਰਕਾਰ ਨੇ ਜਿਹੜਾ ਫੜਿਆ ਸੀ ਉਹਦਾ ਨਾਮ ਵਿਨੋਦ ਸੀ। ਉਸ ਤੋਂ ਇਲਾਵਾ ਉਹਨਾਂ ਦੇ ਇਨਕਾਊਂਟਰਾਂ ਦੀ ਚਰਚਾ ਤੇ ਇਹ ਵੀ ਕਿਹਾ ਜਾਂਦਾ ਕਿ ਇੰਡੀਆ ਦੇ ਵਿੱਚ ਹਰ ਦੂਜਾ ਇਨਕਾਊਂਟਰ ਫੇਕ ਹੈ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਵਿਕਟਮ ਪੀੜਤਾਂ ਦੀ, ਤਾਂ ਸਮੇਤ ਸੈਣੀ ਦਾ ਜਦੋਂ ਤੁਸੀਂ ਕੱਚਾ ਚਿੱਠਾ ਖੋਲੋਗੇ ਤਾਂ ਉਦੋਂ ਬਹੁਤ ਸਾਰੇ ਕੇਸ ਹੈ ਜੇ ਨਿਕਲ ਆਉਣਗੇ, ਜਿੱਥੇ ਇੱਕ ਮਾਤਾ ਵਾ ਵਿਚਾਰੀ, ਸ਼ਾਇਦ ਉਹ ਸੈਣੀ ਮੋਟਰਸ ਮਾਮਲਾ ਵਾ, ਮੇਰੇ ਪੱਕਾ ਤਾਂ ਯਾਦ ਨਹੀਂ ਹੈ, ਪਰ ਉਹ ਮਾਤਾ ਇਨਸਾਫ ਨੂੰ ਉਡੀਕਦੇ ਚਲੇ ਗਏ। ਇਸੇ ਤਰ੍ਹਾਂ ਜਦੋਂ ਤੁਸੀਂ ਪੂਰੀ ਤਫਸੀਲ ਦੇ ਨਾਲ ਇਹਨਾਂ ਚੀਜ਼ਾਂ 'ਤੇ ਚਰਚਾ ਕਰੋਗੇ ਤਾਂ ਤੁਹਾਨੂੰ ਇੱਕ ਕਾਲਾ ਦੌਰ ਯਾਦ ਆਏਗਾ, ਜਿੱਥੇ ਪੁਲਿਸ ਨੇ, ਜਿੱਥੇ ਸਰਕਾਰੀ ਮਸ਼ੀਨਰੀ ਨੇ ਸਿੱਖਾਂ ਦਾ ਘਾਣ ਕੀਤਾ। ਇਹਦੇ ਵਿੱਚ ਇਹ ਨਹੀਂ ਹੈ ਕਿ ਘਾਣ ਇਕੱਲੇ ਸਿੱਖਾਂ ਦਾ ਹੋਇਆ, ਬਹੁ ਗਿਣਤੀ ਹਿੰਦੂ ਪਰਿਵਾਰਾਂ ਨੂੰ ਵੀ ਇਸ ਕਾਲੇ ਦੌਰ ਦੇ ਵਿੱਚ ਭੁਗਤਣਾ ਪਿਆ। ਕਈਆਂ ਨੂੰ ਧਮਕੀਆਂ ਆਈਆਂ, ਕਈਆਂ ਨੂੰ ਪਿੰਡ ਛੱਡ ਕੇ, ਮਾਝੇ ਦੇ ਵਿੱਚੋਂ ਖਾਸ ਕਰਕੇ ਸ਼ਹਿਰਾਂ 'ਚ ਜਾਣਾ ਪਿਆ। ਇਹ ਗੱਲ ਕੌੜੀ ਤਾਂ ਜ਼ਰੂਰ ਹੋਊਗੀ, ਪਰ ਇਹ ਸੱਚ ਵੀ ਹੈ ਕਿ ਉਸ ਦੌਰ ਦੇ ਦੌਰਾਨ ਬੇਸ਼ੱਕ ਕਿਸੇ ਨੂੰ ਵੱਧ ਭੁਗਤਣਾ ਪਿਆ, ਘੱਟ ਭੁਗਤਣਾ ਪਿਆ। ਕਈ ਪੁਲਿਸ ਵਾਲਿਆਂ ਦੇ ਵੀ ਮੁਕਾਬਲੇ ਹੁੰਦੇ ਨੇ, ਪਰ ਬਹੁ ਗਿਣਤੀ ਜਿਹੜੇ ਮੁਕਾਬਲੇ ਨੇ ਉਹ ਸਿੱਖ ਨੌਜਵਾਨਾਂ ਦੇ ਹੋਏ। ਚਰੀਆਂ ਜਵਾਰਾਂ ਚੋਂ ਚੱਕ ਕੇ, ਕਾਲਜਾਂ ਲਾਇਬ੍ਰੇਰੀਆਂ 'ਚੋਂ ਮੁੰਡੇ ਚੱਕ ਕੇ ਵੀ ਇਸ ਤਰ੍ਹਾਂ ਖਪਾਏ ਗਏ। ਉਹਨਾਂ ਟਾਈਮਾਂ ਦੇ ਵਿੱਚ ਚਰਚਿਤ ਜਿਹੜੇ ਨਾਂ ਸੀ ਉਹ ਸੀ ਅਜੀਤ ਸੰਧੂ, KPS ਗਿੱਲ ਤੇ ਇਸ ਤਰ੍ਹਾਂ ਕਈ ਹੋਰ ਪੁਲਿਸ ਅਧਿਕਾਰੀ, ਸਮੇਤ ਸਿੰਘ ਸੈਣੀ ਦੇ ਨਾਲ ਕਈ ਹੋਰ ਜਿਹੜੇ ਕਿ ਹੇਠਲੇ ਲੈਵਲ 'ਤੇ ਸੀਗੇ। ਉਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਮੋਢਿਆਂ 'ਤੇ ਫੀਤੀਆਂ ਲਵਾਉਣ ਕਰਕੇ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ। ਉਸ ਦੌਰ ਦੇ ਵਿੱਚ ਪੰਜਾਬ ਨੇ ਭੁਗਤਿਆ, ਪੰਜਾਬੀਆਂ ਨੇ ਭੁਗਤਿਆ, ਸਿੱਖਾਂ ਨੇ ਸਭ ਤੋਂ ਵੱਧ ਭੁਗਤਿਆ। ਉਸ ਦੌਰ ਦੇ ਨਸੂਰ ਹਾਲੇ ਵੀ ਅੱਲੇ ਨੇ। ਲੋਕ ਹਾਲੇ ਵੀ ਇਨਸਾਫ ਦੇ ਲਈ
ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਨੇ। ਇਨਸਾਫ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਮੁਸਲਮਾਨ ਹੈ। ਧਰਮ ਦੇ ਆਧਾਰ 'ਤੇ ਬੇਇਨਸਾਫੀ ਕਦੇ ਨਹੀਂ ਹੋਣੀ ਚਾਹੀਦੀ। ਬਹੁਤ ਬਹੁਤ ਧੰਨਵਾਦ।